ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜਦੋਂ ਮਹਾਂਪੁਰਖ ਬਾਬਾ ਨੰਦ ਸਿੰਘ ਜੀ ਜਿਹੜੇ ਭਿੜਕੀ ਜੰਗਲਾਂ ਦੇ ਵਿੱਚੋਂ ਬਾਬਾ ਮਹਾ ਹਰਨਾਮ ਸਿੰਘ ਦਾ ਦਰਸ਼ਨ ਕਰਨ ਵਾਸਤੇ ਚੱਲੇ ਸੀਗੇ, ਉਸ ਟਾਈਮ ਇਹ ਜਿਹੜਾ ਰਸਤਾ ਸੀਗਾ ਬੜਾ ਹੀ ਦੁਗਮ ਸੀਗਾ, ਕਿਉਂ ਘਣੇ ਜੰਗਲ ਸੀਗੇ, ਪੈਰਾਂ 'ਚ ਜੁੱਤੀ ਵੀ ਮਹਾਂਪੁਰਖਾਂ ਦੇ ਹੈ ਨਹੀਂ ਸੀ, ਅਤੇ ਇਸ ਕਰਕੇ ਜਿਹੜਾ ਸਰੀਰ ਸੀਗਾ ਉਹ ਵੀ ਬੜਾ ਨਿਰਬਲ ਸੀਗਾ। ਜਦ ਮਹਾਂਪੁਰਖ ਅੱਧੀ ਰਾਤ ਨੂੰ ਇਹਨਾਂ ਜੰਗਲਾਂ ਦੇ ਵਿੱਚੋਂ ਤੁਰੇ ਆ, ਤੁਰਦੇ ਜਾਂਦੇ ਸਰੀਰ ਦੇ ਵਿੱਚ ਥਕਾਵਟ ਹੋ ਗਈ, ਕਿਉਂਕਿ ਸਰੀਰ ਨਿਰਬਲ ਹੋ ਗਿਆ ਤਪੱਸਿਆ ਦੇ ਕਾਰਨ। ਜਦ ਥਕਾਵਟ ਹੋਈ, ਇੱਕ ਜਗ੍ਹਾ ਮਹਾਂਪੁਰਖਾਂ ਨੇ ਇੱਕ ਦਰੱਖਤ ਦੇ ਪੇੜ ਸੀਗਾ ਉਹਦੇ ਨਾਲ ਥੋੜ੍ਹਾ ਜਿਹਾ ਢੋਅ ਲਾ ਕੇ ਜਦ ਸਮਾਧੀ ਸਥਿਰ ਥੋੜ੍ਹਾ ਆਰਾਮ ਕਰਨ ਵਾਸਤੇ ਬੈਠੇ ਆ, ਅਤੇ ਬੈਠਦਿਆਂ ਸਾਰੀ ਮਹਾਂਪੁਰਖਾਂ ਦੀ ਸਮਾਧੀ ਲੱਗ ਗਈ। ਜਦੋਂ ਬਾਬਾ ਨੰਦ ਸਿੰਘ ਦੀ ਸਮਾਧੀ ਲੱਗੀ, ਦਿਨ ਚੜ੍ਹਿਆ, ਦਿਨ ਚੜ੍ਹਦੇ ਊਠਾਂ ਵਾਲੇ ਆਏ। ਜਦ ਊਠਾਂ ਵਾਲੇ ਆਏ ਤਾਂ ਉਹਨਾਂ ਨੇ ਬਾਬਾ ਜੀ ਨੂੰ ਪੁੱਛਿਆ, ਕਹਿੰਦੇ ਭਾਈ ਤੁਸੀਂ ਕੌਣ ਆ ਅਤੇ ਕਿੱਥੇ ਜਾਣਾ ਹੈਗਾ? ਅਤੇ ਫਿਰ ਬਾਬਾ ਨੰਦ ਸਿੰਘ ਨੇ ਕਿਹਾ, ਕਹਿੰਦੇ ਵੀ ਅਸੀਂ ਸਟੇਸ਼ਨ 'ਤੇ ਜਾਣਾ ਹੈਗਾ ਅਤੇ ਉੱਥੇ ਫਿਰੋਜ਼ਪੁਰ ਵਾਲੀ ਗੱਡੀ ਫੜਨੀ ਆ। ਫਿਰ ਉਹ ਜਿਹੜਾ ਊਠਾਂ ਵਾਲਾ ਸਾਰਵਾਨ ਸੀਗਾ ਉਸਨੇ ਮਹਾਂਪੁਰਖਾਂ ਨੂੰ ਕਿਹਾ ਵੀ ਇਸ ਤਰ੍ਹਾਂ ਕਰੋ, ਤੁਸੀਂ ਇਸ ਬੋਤੀ ਦੇ ਉੱਤੇ ਬੈਠ ਜਾਓ। ਪਰ ਬਾਬਾ ਨੰਦ ਸਿੰਘ ਦਾ ਸਰੀਰ ਨਿਰਬਲ ਹੋਣ ਕਰਕੇ ਜਦ ਉੱਠ ਨਹੀਂ ਸਕਿਆ ਤਾਂ ਉਸ ਸਾਰਵਾਨ ਨੇ ਮਹਾਂਪੁਰਖਾਂ ਨੂੰ ਸਹਾਰਾ ਦੇ ਕੇ ਬੋਤੀ ਦੇ ਉੱਤੇ ਬਿਠਾ ਦਿੱਤਾ ਅਤੇ ਆਪ ਫਿਰੋਜ਼ਪੁਰ ਸਟੇਸ਼ਨ ਵੱਲ ਲੈ ਗਏ। ਜਦ ਉੱਥੇ ਜਾ ਕੇ ਉਤਾਰਿਆ ਅਤੇ ਉਸ ਸਾਰਵਾਨ ਨੇ ਨਜ਼ਰ ਮਾਰੀ ਤਾਂ ਮਹਾਂਪੁਰਖਾਂ ਦੇ ਪੈਰਾਂ ਦੇ ਵਿੱਚ ਲਹੂ ਸਿਮਰਿਆ ਸੀ ਅਤੇ ਵਿੱਚ ਕੰਡੇ ਚੁੱਭੇ ਹੋਏ ਸੀ, ਕਿਉਂਕਿ ਗੱਡੀ ਕੁਦਰਤੀ 1 ਘੰਟਾ ਲੇਟ ਸੀ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੋਂ ਤੱਕ ਤਾਂ ਆ ਗਏ, ਫਿਰ ਅੱਗੇ ਕਿਵੇਂ ਜਾਓਗੇ? ਤੁਹਾਡੇ ਪੈਰਾਂ ਵਿੱਚ ਤਾਂ ਲਹੂ ਸਿਮਰਿਆ ਹੈਗਾ। ਫਿਰ ਬਾਬਾ ਨੰਦ ਸਿੰਘ ਨੇ ਕਿਹਾ ਸੀ, ਕਹਿੰਦੇ ਅਗਰ ਕੋਈ ਸਾਨੂੰ ਇੱਥੇ ਤੱਕ ਪਹੁੰਚਾ ਸਕਦਾ ਹੈਗਾ ਉਹ ਅੱਗੇ ਵੀ ਜ਼ਰੂਰ ਪਹੁੰਚਾ ਦਊਗਾ। ਫਿਰ ਉਸ ਊਠਾਂ ਵਾਲੇ ਸਾਰਵਾਨ ਨੇ ਮਹਾਂਪੁਰਖਾਂ ਦੇ ਚਰਨ ਧੋ ਕੇ ਵਿੱਚੋਂ ਪ੍ਰੇਮ ਦੇ ਨਾਲ ਜਿਹੜੇ ਸੀ ਉਹ ਕੰਡੇ ਕੱਢ ਕੇ ਆਪਣੇ ਹੀ ਪਰਨੇ ਦੇ ਨਾਲ ਚਰਨ ਸਾਫ਼ ਕੀਤੇ। ਫਿਰ ਮੁੜ ਕੇ ਫਿਰੋਜ਼ਪੁਰ ਵਾਲੀ ਗੱਡੀ ਦੇ ਵਿੱਚ ਬਿਠਾ ਦਿੱਤਾ। ਉਸ ਤੋਂ ਬਾਅਦ ਜਦੋਂ ਬਾਬਾ ਜੀ ਗੱਡੀ 'ਚ ਬੈਠੇ ਆ ਅਤੇ ਸ਼ਾਮ ਨੂੰ ਬਾਬਾ ਨੰਦ ਸਿੰਘ ਜਿਹੜੇ ਸੀਗੇ ਇਹ ਭੁੱਚੋ ਕਲਾਂ ਸਟੇਸ਼ਨ ਦੇ ਉੱਤੇ ਪਹੁੰਚ ਗਏ। ਜਦ ਸਟੇਸ਼ਨ 'ਤੇ ਪਹੁੰਚੇ ਆ, ਉੱਥੋਂ ਉਤਰ ਕੇ ਉੱਥੇ ਹੀ ਪਲੇਟਫਾਰਮ ਦੇ ਉੱਪਰ ਇੱਕ ਜਗ੍ਹਾ ਇਕੱਲੀ ਦੇਖ ਕੇ ਉੱਥੇ ਬੈਠ ਗਏ। ਕੁਛ ਤਾਂਗੇ ਵਾਲੇ ਸੱਜਣ ਜਿਹੜੇ ਆਏ ਆ ਉਹਨਾਂ ਨੇ ਜਿਹੜੀਆਂ ਸਵਾਰੀਆਂ ਸੀਗੀਆਂ ਉਹ ਤਾਂਗੇ 'ਚ ਬੈਠ ਕੇ ਚਲੀਆਂ ਗਈਆਂ, ਪਰ ਬਾਬਾ ਜੀ ਉੱਥੇ ਹੀ ਬੈਠੇ ਰਹੇ। ਜਦ ਬੈਠੇ ਰਹੇ ਕੁਛ ਚਿਰ ਬਾਅਦ ਇੱਕ ਤਾਂਗੇ ਵਾਲਾ ਆਇਆ, ਉਹਨਾਂ ਨੇ ਬਾਬਾ ਨੰਦ ਸਿੰਘ ਨੂੰ ਪੁੱਛਿਆ ਕਿ ਸਾਰੇ ਸਵਾਰੀਆਂ ਤਾਂ ਘਰੋਂ ਘਰੀ ਚਲੇ ਗਈਆਂ, ਤੁਸੀਂ ਇੱਥੇ ਕਿਵੇਂ ਬੈਠੇ ਆ? ਫਿਰ ਬਾਬਾ ਜੀ ਨੇ ਕਿਹਾ ਸੀਗਾ ਕਿ ਅਸੀਂ ਭੁੱਚੋ ਮਹਾਂਪੁਰਖਾਂ ਦੇ ਟਿੱਲੇ ਦੇ ਉੱਤੇ ਜਾਣਾ ਹੈਗਾ। ਫਿਰ ਉਹ ਤਾਂਗੇ ਵਾਲੇ ਨੇ ਆਖਿਆ ਬਾਬਾ ਨੰਦ ਸਿੰਘ ਨੂੰ ਕਿ ਤੁਸੀਂ ਇਸ ਤਰ੍ਹਾਂ ਕਰੋ, ਮੇਰਾ ਤਾਂਗਾ ਬਾਹਰ ਖੜਾ ਹੈਗਾ, ਤੁਸੀਂ ਉਹਦੇ ਵਿੱਚ ਬੈਠ ਜਾਓ। ਪਰ ਬਾਬਾ ਨੰਦ ਸਿੰਘ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਆ ਤੈਨੂੰ ਦੇਣ ਵਾਸਤੇ। ਫਿਰ ਉਸ ਤਾਂਗੇ ਵਾਲੇ ਨੇ ਕਿਹਾ ਕਿ ਮੈਂ ਪੈਸੇ ਨਹੀਂ ਲੈਣੇ ਹੈਗੇ, ਤੁਸੀਂ ਤਾਂਗੇ 'ਚ ਬੈਠੋ, ਮੈਂ ਤੁਹਾਨੂੰ ਉਸ ਟਿੱਲੇ ਦੇ ਕੋਲ ਪਹੁੰਚਾ ਦੂੰਗਾ। ਦੇਖੋ ਬਾਬਾ ਜੀ ਨੂੰ ਫਿਰ ਉਹ ਤੁਹਾਡਾ ਤਾਂਗੇ ਵਾਲਾ ਸੀਗਾ ਬੜੇ ਪ੍ਰੇਮ ਦੇ ਨਾਲ ਆਪਣੇ ਤਾਂਗੇ 'ਚ ਬਿਠਾ ਕੇ ਇੱਧਰ ਮਹਾਂਪੁਰਖਾਂ ਦੇ ਟਿੱਲੇ ਸਥਾਨ ਦੇ ਵੱਲ ਲੈ ਆਇਆ। ਉੱਧਰੋਂ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਨੇ ਲੰਗਰ ਤਿਆਰ ਕੀਤਾ ਸੀ ਸੰਗਤ ਵਾਸਤੇ, ਪਰ ਸੰਗਤ ਨੂੰ ਛਕਣ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ। ਅਤੇ ਅਗਰ ਕੋਈ ਪੁੱਛਦਾ ਸੀ ਤਾਂ ਬਾਬਾ ਜੀ ਆਖਦੇ ਸੀ ਕਿ ਸਾਡਾ ਇੱਕ ਬਹੁਤ ਹੀ ਪਿਆਰਾ ਸੇਵਕ ਜਿਹੜਾ ਉਹ ਆ ਰਿਹਾ, ਜਦ ਤੱਕ ਉਹ ਨਹੀਂ ਆਉਂਦਾ ਤਦ ਤੱਕ ਕਿਸੇ ਨੇ ਲੰਗਰ ਨਹੀਂ ਛਕਣਾ। ਪਰ ਕੁਦਰਤੀ ਜਦੋਂ ਬਾਬਾ ਨੰਦ ਸਿੰਘ ਜਿਹੜੇ ਤਾਂਗੇ 'ਤੇ ਉੱਥੇ ਪਹੁੰਚੇ ਆ ਅਤੇ ਫਿਰ ਸੇਵਕ ਨੇ ਦੱਸਿਆ ਕਿ ਬਾਬਾ ਨੰਦ ਸਿੰਘ ਜਿਹੜੇ ਉਹ ਆਪ ਦੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚ ਗਿਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਮਹਾ ਹਰਨਾਮ ਸਿੰਘ ਯਕਦਮ ਉੱਠ ਕੇ ਬੜੀ ਖੁਸ਼ੀ 'ਚ ਕਹਿਣ ਲੱਗੇ, ਕਹਿੰਦੇ ਜਲਦੀ ਕਰੋ, ਉਹਨਾਂ ਨੂੰ ਇੱਥੇ ਲੈ ਕੇ ਆਓ। ਅਤੇ ਫਿਰ ਕੋਈ ਸੇਵਕ ਆਏ ਆ ਅਤੇ ਬਾਬਾ ਨੰਦ ਸਿੰਘ ਨੂੰ ਸਹਾਰਾ ਦੇ ਕੇ ਟਿੱਲੇ ਦੇ ਉੱਪਰ ਲੈ ਆਏ। ਜਦ ਉੱਪਰ ਲੈ ਆਏ ਆ, ਇੱਥੇ ਆ ਕੇ ਬਾਬਾ ਨੰਦ ਸਿੰਘ ਨੇ ਬਾਬਾ ਮਹਾ ਹਰਨਾਮ ਸਿੰਘ ਦੇ ਆਸਣ ਦੇ ਕੋਲ ਆ ਕੇ ਜਦੋਂ ਮੱਥਾ ਟੇਕਿਆ ਅਤੇ ਅਚਨਚੇਤ ਅਸ਼ੋਭਲੇ ਜੇ ਬਾਬਾ ਮਹਾ ਹਰਨਾਮ ਸਿੰਘ ਉੱਠ ਕੇ ਖੜ੍ਹੇ ਹੋ ਕੇ ਪਿੱਛੋਂ ਦੇਣੀ ਬਾਬਾ ਨੰਦ ਸਿੰਘ ਦੇ ਚਰਨਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਕਰਕੇ ਬੜੇ ਪ੍ਰੇਮ ਦੇ ਨਾਲ ਹੱਥ ਲਾ ਕੇ ਨਮਸਕਾਰ ਕਰ ਦਿੱਤੀ। ਜਦ ਨਮਸਕਾਰ ਕੀਤੀ ਆ ਤਾਂ ਚਰਨ ਛੂਹਦਿਆਂ ਹੀ ਬਾਬਾ ਨੰਦ ਸਿੰਘ ਦੀ ਜਿਹੜੀ ਸੁਰਤ ਸੀਗੀ ਉਹ ਬਾਹਰ ਆਈ। ਉਹਨਾਂ ਨੇ ਯਕਦਮ ਬਾਬਾ ਮਹਾ ਹਰਨਾਮ ਸਿੰਘ ਨਾਲ ਦੇਖਿਆ, ਕਹਿ ਦਿੱਤਾ, ਕਹਿੰਦੇ ਮਹਾਂਪੁਰਖੋ ਤੁਸੀਂ ਇਹ ਕੀ ਕੀਤਾ ਹੈਗਾ? ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਬਾਬਾ ਮਹਾ ਹਰਨਾਮ ਸਿੰਘ ਨੇ ਕਿਹਾ, ਕਹਿੰਦੇ ਨੰਦ ਸਿਆ ਕਿਸੇ ਗੱਲ ਦੀ ਤੂੰ ਚਿੰਤਾ ਨਾ ਕਰ, ਰੋਸ ਨਾ ਕਰ। ਦੇਖ ਜਦੋਂ ਤੂੰ ਉੱਥੇ ਬੈਠਾ ਸੀਗਾ ਅਤੇ ਤੈਨੂੰ ਅਸੀਂ ਊਠ 'ਤੇ ਬਿਠਾ ਕੇ ਜਿਹੜਾ ਸੀ ਉਹ ਸਟੇਸ਼ਨ 'ਤੇ ਲੈ ਕੇ ਆਏ, ਤੇਰੇ ਚਰਨ ਧੋਤੇ ਆ, ਤੇਰੇ ਪੈਰਾਂ 'ਚੋਂ ਕੰਡੇ ਕੱਢੇ ਆ। ਉਸ ਟਾਈਮ ਤਾਂ ਤੈਂ ਆਪਣੇ ਪੈਰ ਸਾਡੇ ਅੱਗੇ ਕਰ ਦਿੱਤੇ ਸੀ, ਫਿਰ ਤੈਨੂੰ ਤਾਂਗੇ 'ਤੇ ਬਿਠਾ ਕੇ ਇੱਥੇ ਲੈ ਕੇ ਆਏ ਆ। ਫਿਰ ਤੂੰ ਕਿਉਂ ਇਹ ਗਿਲਾ ਕਰਦਾ, ਕਿਉਂ ਰੋਂਦਾ ਹੈਗਾ ਕਿ ਅਸੀਂ ਤੇਰੇ ਜੋ ਚਰਨਾਂ ਨੂੰ ਆਪਣਾ ਹੱਥ ਲਾਤਾ ਹੈਗਾ? ਪਰ ਫਿਰ ਬਾਬਾ ਨੰਦ ਸਿੰਘ ਜਿਹੜੇ ਸੀਗੇ ਉਹ ਬੜੇ ਬਰਾਗ ਦੇ ਵਿੱਚ ਆਏ ਅਤੇ ਮਹਾਂਪੁਰਖਾਂ ਨੂੰ ਕਹਿਣ ਲੱਗੇ, ਮਹਾਂਪੁਰਖੋ
ਕਿ ਮੈਂ ਹੈ ਨਾ ਇਸ ਤਰ੍ਹਾਂ ਜਿਹੜਾ ਹੈਗਾ ਉਹ ਆਪ ਜੀ ਦੇ ਚਰਨਾਂ ਨੂੰ ਹੱਥ ਲਾਉਣਾ ਜਿਹੜਾ ਹੈ ਉਹ ਆਪ ਜੀ ਨੂੰ ਸ਼ੋਭਦਾ ਨਹੀਂ ਹੈ। ਮੈਂ ਆਪ ਜੀ ਦਾ ਬਹੁਤ ਵੱਡਾ ਰਿਣੀ ਹੈਗਾ, ਆਪ ਜੀ ਦਾ ਸੇਵਕ ਹਾਂ, ਆਪਣੇ ਦਰ ਦਾ ਕੂਕਰ ਹਾਂ। ਜਦੋਂ ਬਾਬਾ ਨਾਮ ਸੁਣਨ ਇਸ ਤਰ੍ਹਾਂ ਦੇ ਬਚਨ ਕੀਤੇ, ਫਿਰ ਬਾਬਾ ਮਾਹਰ ਨਾਮ ਸੁਣੀ ਕਹਿਣ ਲੱਗੇ, ਕਹਿੰਦੇ ਭਾਈ ਅਸੀਂ ਤਾਂ ਤੈਨੂੰ ਸਭ ਕੁਝ ਦੇਣ ਲਈ ਤਿਆਰ ਹਾਂ, ਪਰ ਤੂੰ ਅੱਗੇ ਮੰਗਣ ਦਾ ਰਸਤਾ ਅੱਗੇ ਤੋਂ ਅੱਗੇ ਬਣਾਈ ਜਾਂਦਾ ਹੈਗਾ। ਸਾਡੇ ਪਾਸ ਜੋ ਵੀ ਕੁਛ ਹੈ ਸਭ ਤੇਰਾ ਹੀ ਹੈਗਾ। ਜਦ ਇਹ ਬਚਨ ਬਾਬਾ ਮਾਹਰ ਨਾਮ ਸੁਣਾ ਨੇ ਬਾਬਾ ਨਾਮ ਸੁਣਾ ਨੇ ਕੀਤੇ, ਤੇ ਫਿਰ ਬਾਬਾ ਨਾਮ ਸੁਣੀ ਜਿਹੜੇ ਸੀਗੇ ਉਹ ਕਿਸੇ ਗੰਭੀਰ ਮੁਦਰਾ ਦੀ ਹਾਲਤ ਦੇ ਵਿੱਚ ਚਲੇ ਗਏ ਸੀ। ਫਿਰ ਸੰਤ ਮਹਾਂਪੁਰਖ ਬਾਬਾ ਮਾਹਰ ਨਾਮ ਸੁਣਾ ਆਪਣੇ ਸੇਵਕਾਂ ਨੂੰ ਕਿਹਾ ਹੈ ਕਿ ਬਾਬਾ ਨੰਦ ਸੁਹਣਾ ਨੂੰ ਤੁਸੀਂ ਆਪਣੇ ਲੰਗਰ ਹਾਲ ਦੇ ਵਿੱਚ ਲੈ ਜਾਓ, ਉੱਥੇ ਜਾ ਕੇ ਪਹਿਲਾਂ ਪ੍ਰੇਮ ਨਾਲ ਪ੍ਰਸ਼ਾਦਾ ਛਕਾਓ। ਫਿਰ ਬਾਬਾ ਨੰਦ ਸੁਹਣਾ ਨੂੰ ਸੇਵਕਾਂ ਨੇ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਪਾਣੀ ਛਕਾਇਆ। ਉਸ ਤੋਂ ਬਾਅਦ ਫਿਰ ਬਾਬਾ ਮਾਹਰ ਨਾਮ ਸੁਹਣਾ ਨੇ ਇੱਕ ਸੁੰਦਰ ਆਸਣ ਬਣਾ ਕੇ ਉਸ ਜਗ੍ਹਾ ਦੇ ਉੱਤੇ ਬਾਬਾ ਨੰਦ ਸੁਹਣਾ ਨੂੰ ਬਿਠਾਤਾ ਕਿ ਤੁਸੀਂ ਇਸ ਜਗ੍ਹਾ ਹੁਣ ਆਰਾਮ ਕਰੋ। ਫਿਰ ਬਾਬਾ ਨੰਦ ਸੁਹਣੀ ਆਪਣੇ ਆਸਣ 'ਤੇ ਚੱਲ ਗਏ। ਜਦ ਅੰਮ੍ਰਿਤ ਵੇਲਾ ਹੋਇਆ, ਫਿਰ ਬਾਬਾ ਮਾਹਰ ਨਾਮ ਸੁਹਣਾ ਨੇ ਬਾਬਾ ਨੰਦ ਸੁਹਣਾ ਨੂੰ ਆਪਣੇ ਪਾਸ ਬੁਲਾਇਆ। ਜਦੋਂ ਬੁਲਾਇਆ ਤਾਂ ਫਿਰ ਬਾਬਾ ਮਾਹਰ ਨਾਮ ਸੁਹਣਾ ਨੇ ਬਾਬਾ ਨੰਦ ਸੁਹਣਾ ਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਭਜਨ ਸਿਮਰਨ ਕੀਤਾ, ਸਾਰੀ ਭਜਨ ਸਿਮਰਨ ਦੀ ਜੋ ਵਿਥਿਆ ਹੈਗੀ ਆ ਸਾਰੀ ਸਾਨੂੰ ਸੁਣਾਵੋ। ਜਦ ਇਹ ਗੱਲ ਹੋਈ ਤਾਂ ਬਾਬਾ ਨੰਦ ਸੁਹਣੀ ਕਹਿਣ ਲੱਗੇ ਸੀ, ਕਹਿੰਦੇ ਪਹਿਲਾਂ ਤਾਂ ਸਾਨੂੰ ਕੁਛ ਯਾਦ ਹੀ ਨਹੀਂ ਸੀ ਕਿ ਅਸੀਂ ਕਦੋਂ ਭਜਨ ਸਿਮਰਨ ਕੀਤਾ ਅਤੇ ਕਦੋਂ ਜਾ ਕੇ ਇਹ ਜਿਹੜਾ ਸਿਮਰਨ ਹੁਣ ਤੱਕ ਹੋਇਆ। ਪਰ ਬਾਬਾ ਮਾਹਰ ਨਾਮ ਸੁਹਣਾ ਦੇ ਕਹਿਣ ਦੇ ਉੱਤੇ ਕਹਿੰਦੇ ਸਾਨੂੰ ਸਾਰਾ ਕੁਛ ਯਾਦ ਆ ਗਿਆ ਅਤੇ ਅਸੀਂ ਸਾਰੀ ਜੋ ਵਿਥਿਆ ਸੀ ਭਜਨ ਸਿਮਰਨ ਕਰਨ ਦੀ ਸਾਰੀ ਬਾਬਾ ਮਾਹਰ ਨਾਮ ਸੁਹਣਾ ਨੂੰ ਸਾਂਝੀ ਕਰਾਈ। ਜਦੋਂ ਕਹਿੰਦੇ ਅਸੀਂ ਸੁਣਾਉਂਦੇ ਗਏ, ਬਾਬਾ ਮਾਹਰ ਨਾਮ ਸੁਹਣੀ ਬੜੇ ਗੰਭੀਰ ਮੁਦਰਾ ਵਿੱਚ ਕਹਿੰਦੇ ਚੌਂਕੜਾ ਮਾਰ ਕੇ ਬੈਠੇ। ਸਾਡੀ ਇਹ ਭਜਨ ਵਿਧੀ ਦੀ ਜੋ ਸਾਰੀ ਸਮੀਖਿਆ ਸੀ ਕਹਿੰਦੇ ਸੁਣਦੇ ਗਏ ਅਤੇ ਸੁਣਦੇ ਕਿਤੇ ਇੰਨੇ ਗੰਭੀਰ ਹੋ ਜਾਂਦੇ ਸੀਗੇ, ਬਹੁਤ ਜ਼ਿਆਦਾ ਕਿਸੇ ਐਸੇ ਪ੍ਰੇਮ ਬਰਾਗ ਦੇ ਵਿੱਚ ਚਲੇ ਜਾਂਦੇ ਸੀਗੇ ਬਾਬਾ ਮਾਹਰ ਨਾਮ ਸੁਹਣੀ ਕਿ ਕਹਿੰਦੇ ਮੁੜ ਕੇ ਜਦੋਂ ਉਹਨਾਂ ਦੀ ਸੁਰਤ ਜਿਹੜੀ ਵਾਪਸ ਆਉਂਦੀ ਸੀ ਅਤੇ ਫਿਰ ਕਹਿੰਦੇ ਸੀਗੇ ਕਿ ਇਸ ਤਰ੍ਹਾਂ ਸੁਣਦੇ ਜਦੋਂ ਅਸੀਂ ਸਾਰੀ ਵਿਥਿਆ ਬਾਬਾ ਮਾਹਰ ਨਾਮ ਸੁਹਣਾ ਸੁਣਾਈ ਅਤੇ ਫਿਰ ਬਾਬਾ ਮਾਹਰ ਨਾਮ ਸੁਹਣਾ ਨੇ ਕਹਿੰਦੇ ਸਾਨੂੰ ਕੜਾ ਵਿੱਚ ਲੈ ਕੇ ਕਹਿਣ ਲੱਗੇ, ਕਹਿੰਦੇ ਨੰਦ ਸਿਆਂ ਸ਼ੁੱਧ ਹੈ। ਕਹਿੰਦੇ ਜਦੋਂ ਇਸ ਤਰ੍ਹਾਂ ਦੇ ਬਚਨ ਕੀਤੇ ਅਤੇ ਫਿਰ ਸਾਨੂੰ ਕਹਿਣ ਲੱਗੇ, ਕਹਿੰਦੇ ਵੀ ਭਾਈ ਇੱਕ ਹੁਕਮ ਤੁਹਾਨੂੰ ਹੋਰ ਕਰਨਾ ਪਵੇਗਾ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਬਾਬਾ ਨੰਦ ਸੁਹਣੀ ਕਹਿਣ ਲੱਗੇ, ਅਸੀਂ ਹੱਥ ਜੋੜ ਕੇ ਮੋਰ ਖੜ੍ਹ ਕੇ ਅਤੇ ਆਖਿਆ ਮਹਾਂਪੁਰਖੋ ਬਚਨ ਕਰੋ, ਮੇਰੇ ਲਈ ਕੀ ਹੁਕਮ ਆ। ਅਤੇ ਫਿਰ ਬਾਬਾ ਮਾਹਰ ਨਾਮ ਸੁਹਣੀ ਕਹਿਣ ਲੱਗੇ, ਕਹਿੰਦੇ ਨੰਦ ਸਿਆਂ ਇੱਕ ਸੰਪਟ ਪਾਠ ਤੂੰ ਸਾਨੂੰ ਆਪ ਵੀ ਇੱਕ ਵਾਰੀ ਦੁਬਾਰਾ ਕਰਕੇ ਸੁਣਾ। ਜਦ ਸੰਪਟ ਪਾਠ ਦੀ ਗੱਲ ਹੋਈ ਅਤੇ ਬਾਬਾ ਨਾਮ ਸੁਹਣੀ ਕਹਿਣ ਲੱਗੇ ਕਿ ਦੱਸੋ ਕਿਸ ਜਗ੍ਹਾ ਕਰੀਏ, ਕਿਉਂਕਿ ਇਸ ਜਗ੍ਹਾ ਟਿੱਲੇ ਦੇ ਉੱਤੇ ਜਗ੍ਹਾ ਬੜੀ ਘੱਟ ਹੈਗੀ ਆ। ਤਾਂ ਫਿਰ ਬਾਬਾ ਮਾਹਰ ਨਾਮ ਸੁਹਣਾ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ, ਹੜੱਪਾ ਦਾ ਇੱਕ ਜੰਗਲ ਹੈ, ਉੱਥੇ ਜਗ੍ਹਾ ਦੀ ਨਿਸ਼ਾਨੀ ਦੱਸ ਦਿੱਤੀ, ਇਸ ਜਗ੍ਹਾ ਜਾ ਕੇ ਤੁਸੀਂ ਸੰਪਟ ਪਾਠ ਕਰੋ ਅਤੇ ਕੁਝ ਸੇਵਕ ਅਸੀਂ ਆਪ ਦੀ ਸੇਵਾ ਵਾਸਤੇ ਉਸ ਜਗ੍ਹਾ ਭੇਜ ਦਿਆਂਗੇ। ਸੋ ਸੰਪਟ ਪਾਠ ਕਰਨ ਦੀ ਜੋ ਵਿਧੀ ਮਰਜ਼ਾਦਾ ਸੀਗੀ ਉਹ ਬਾਬਾ ਮਾਹਰ ਨਾਮ ਸੁਹਣਾ ਨੇ ਬਾਬਾ ਨੰਦ ਸੁਹਣਾ ਨੂੰ ਚੰਗੀ ਤਰ੍ਹਾਂ ਸਮਝਾਤੀ ਕਿ ਇਹ ਸੰਪਟ ਪਾਠ ਇਸ ਤਰ੍ਹਾਂ ਕਰਨਾ ਹੈਗਾ। ਜਦੋਂ ਉਸ ਘਣੇ ਜੰਗਲ ਦੇ ਵਿੱਚ ਬਾਬਾ ਨੰਦ ਸੁਹਣੀ ਜਾਣ ਲੱਗੇ ਤਾਂ ਉਹਨਾਂ ਨੇ ਫਿਰ ਬਾਬਾ ਮਾਹਰ ਨਾਮ ਸੁਹਣਾ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਸੰਪਟ ਪਾਠ ਉੱਥੇ ਸੁਣੋਗੇ ਕਿਵੇਂ, ਕਿਉਂਕਿ ਇੱਥੇ ਜਿਹੜੀਆਂ ਸੰਗਤਾਂ ਆਉਂਦੀਆਂ ਜਾਂਦੀਆਂ ਹੈਗੀਆਂ ਉਹ ਸੰਗਤਾਂ ਦਾ ਜਿਹੜਾ ਆਪ ਜੀ ਦਾ ਬੜਾ ਪ੍ਰੇਮ ਹੈ, ਆਪ ਟਿੱਲਾ ਛੱਡ ਕੇ ਕਿਵੇਂ ਜਾਓਗੇ। ਅਤੇ ਫਿਰ ਬਾਬਾ ਮਾਹਰ ਨਾਮ ਸਾਹਿਬ ਹੱਸ ਕੇ ਕਹਿਣ ਲੱਗੇ, ਕਹਿੰਦੇ ਨੰਦ ਸਿਆਂ ਤੂੰ ਫਿਕਰ ਨਾ ਕਰ, ਉਹ ਅਸੀਂ ਆਪੇ ਸੁਣ ਲਿਆ ਕਰਾਂਗੇ, ਬਸ ਤੂੰ ਉੱਥੇ ਹੈ ਨਾ ਸਾਨੂੰ ਇੱਕ ਸੰਪਟ ਪਾਠ ਪੂਰਾ ਸੰਪੰਨ ਕਰਕੇ ਜਿਹੜਾ ਹੈਗਾ ਉਹ ਸੁਣਾਉਣਾ ਹੈਗਾ। ਇਹ ਕਹਿ ਕੇ ਬਾਬਾ ਨੰਦ ਸੁਹਣਾ ਦੇ ਨਾਲ ਬਾਬਾ ਮਾਹਰ ਨਾਮ ਸੁਹਣਾ ਨੇ ਕੁਛ ਸੇਵਕ ਭੇਜ ਕੇ ਉਸ ਹੜੱਪੇ ਜੰਗਲ ਵੱਲ ਭੇਜੇ, ਕੁਛ ਸਮੱਗਰੀ ਜਿਹੜੀ ਸੀ ਦੇਗ ਵਾਲੀ, ਕੁਛ ਲੰਗਰ ਦਾ ਸਮਾਨ, ਕੁਛ ਪ੍ਰੇਮੀ ਲੈ ਕੇ, ਅਤੇ ਉੱਥੇ ਬਾਬਾ ਜੀ ਨੇ ਜਿਹੜਾ ਸੀਗਾ ਬਾਬਾ ਨੰਦ ਸੁਹਣਾ ਤੋਂ ਸੰਪਟ ਪਾਠ ਉਸ ਹੜੱਪਾ ਜੰਗਲ ਦੇ ਵਿੱਚ ਸ਼ੁਰੂ ਕਰਾ ਦਿੱਤਾ ਸੀਗਾ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖ ਜਿਹੜੇ ਸੀਗੇ ਬਾਬਾ ਨੰਦ ਸੁਹਣਾ ਨੇ ਫਿਰ ਇੱਕ ਹੋਰ ਸੰਪਟ ਪਾਠ ਬਾਬਾ ਮਾਹਰ ਨਾਮ ਸੁਹਣਾ ਦੇ ਕਹਿਣ ਦੇ ਉੱਤੇ ਜੋ ਵਿਧੀ ਮਰਜ਼ਾਦਾ ਉਹਨੇ ਸੰਪਟ ਪਾਠ ਦੀ ਸਮਝਾਈ ਸੀ ਉਸ ਹੜੱਪਾ ਦੇ ਜੰਗਲ ਦੇ ਵਿੱਚ ਕੀਤੀ ਸੀ। ਸੋ ਇਸ ਤਰ੍ਹਾਂ ਨਾ ਇੱਕ ਬੀਬੀ ਹੋਈ ਆ, ਜਿਸ ਬੀਬੀ ਦਾ ਨਾਂ ਸੀਗਾ ਸਾਹਿਬ ਕੌਰ। ਇਹ ਜਿਹੜੀ ਸਾਹਿਬ ਕੌਰ ਬੀਬੀ ਸੀਗੀ ਇਹ ਪਿੰਡ ਹੈ ਨਾ ਪੋਹਲੇ ਦਾ ਜਨਮ ਹੋਇਆ। ਇਹ ਪੋਹਲਾ ਪਿੰਡ 6 ਕਿਲੋਮੀਟਰ ਦੂਰ ਜਿਹੜਾ ਹੈਗਾ ਭੁੱਚੋ ਤੋਂ ਹੈਗਾ। ਅਤੇ ਇਸ ਬੀਬੀ ਦੇ ਪਿਤਾ ਦਾ ਨਾਂ ਸੀ ਸਰਦਾਰ ਭੰਗਾ ਸਿੰਘ ਅਤੇ ਮਾਤਾ ਦਾ ਨਾਂ ਸੀ ਕਿਸ਼ਨ ਕੌਰ। ਸਮਾਂ ਪਾ ਕੇ ਜਿਹੜੀ ਕਿਸ਼ਨ ਕੌਰ ਸੀ ਉਹ ਛੇਤੀ ਕਾਲ ਚਲਾਣਾ ਕਰ ਗਈ। ਉਸ ਤੋਂ ਬਾਅਦ ਫਿਰ ਇਹਦੇ ਪਿਤਾ ਭੰਗਾ ਸਿੰਘ ਨੇ ਜਿਹੜੀ ਸੀ ਦੂਸਰੀ ਸ਼ਾਦੀ ਕਰ ਲਈ ਅਤੇ ਇਸ ਕੰਨਿਆ ਦੀ ਜਿਹੜੀ ਦੇਖਭਾਲ ਸੀ ਸਾਹਿਬ ਕੌਰ ਦੀ ਉਹ ਇਹਦੀ ਦਾਦੀ ਨੇ ਕੀਤੀ ਸੀ। ਸੋ ਇਸ ਬੀਬੀ ਦਾ ਜਿਹੜਾ ਨਾਨਾ ਸੀ ਉਹਦਾ ਨਾਂ ਸੀਗਾ ਭਾਗ ਸਿੰਘ ਅਤੇ ਨਾਨੀ ਦਾ ਨਾਂ ਸੀ ਮਾਈ ਕੌਰ। ਸੇ ਭਾਗ ਸਿੰਘ ਅਤੇ ਇਹਦੇ ਕੋਲੋਂ ਮਾਈ ਕੌਰ ਜਿਹੜੀ ਸੀਗੀ ਇਹਨਾਂ ਦੀ ਆਰਥਿਕ ਹਾਲਤ ਬੜੀ ਵਧੀਆ ਸੀ, ਪਰ ਮਾਈ ਭਾਗ ਕੌਰ ਨੇ ਕਦੀ ਵੀ ਜਿਹੜੀ ਹੈ ਨਾ ਉਹ ਸਤ ਸੰਗਤ ਇਸ ਤਰ੍ਹਾਂ ਦੀ ਕਦੀ ਨਹੀਂ ਸੀ ਕੀਤੀ। ਇੱਕ ਵਾਰੀ ਕੀ ਹੋਇਆ ਕਿ ਉਹੀ ਬੀਬੀ ਹੈ ਨਾ ਆਪਣੇ ਮਾਮੇ ਦੇ ਲੜਕੇ ਦੀ ਸ਼ਾਦੀ ਦੇ ਉੱਤੇ ਜਿਹੜੀ ਸੀਗੀ ਉਹ ਪੋਹਲੇ ਆਈ। ਜਦ ਪੋਹਲੇ ਆਈ ਅਚਨਚੇਤ ਰਾਤ ਨੂੰ ਜਦ ਸੁੱਤੇ ਪਏ ਸੀ ਇਹ ਮੰਜੇ ਤੋਂ ਥੱਲੇ ਡਿੱਗ ਪਈ।
ਜਦੋਂ ਮੰਜੇ ਤੋਂ ਥੱਲੇ ਡਿੱਗ ਪਈ, ਘਰਦਿਆਂ ਨੇ ਸਮਝਿਆ ਵੀ ਗਰਮੀ ਦਾ ਧੱਕਾ ਲੱਗ ਗਿਆ ਇਹਨੂੰ, ਇਸ ਕਰਕੇ ਉਹਨਾਂ ਨੇ ਇਹਦੇ ਸਿਰ ਦੇ ਵਿੱਚ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਪਰ ਇਸ ਬੀਬੀ ਨੇ ਕਿਹਾ ਹੈਗਾ ਕਿ ਮੈਂ ਬਿਮਾਰ ਨਹੀਂ, ਮੈਂ ਠੀਕ ਹੈ, ਤੁਸੀਂ ਮੇਰੇ ਸਿਰ 'ਚ ਪਾਣੀ ਨਾ ਪਾਵੋ। ਪਰ ਉਸ ਟਾਈਮ ਪੋਲੇ ਦੀ ਇੱਕ ਬੀਬੀ ਹਰਨਾਮ ਕੌਰ ਸੀਗੀ। ਸਾਰਿਆਂ ਨੇ ਸਲਾਹ ਬਣਾਈ ਕਿ ਬੀਬੀ ਹਰਨਾਮ ਕੌਰ ਨੂੰ ਇੱਥੇ ਬੁਲਾਇਆ ਜਾਵੇ। ਜਦੋਂ ਬੀਬੀ ਹਰਨਾਮ ਕੌਰ ਹਜੇ ਇਹਨਾਂ ਦੇ ਘਰ ਦੇ ਵਿੱਚ ਪਹੁੰਚਦਿਆਂ ਸਾਰੀ ਇਹ ਜਿਹੜੀ ਬੀਬੀ ਸੀ ਬਿਲਕੁਲ ਠੀਕ ਹੋ ਗਈ। ਅਤੇ ਜਦ ਇਹ ਚਮਤਕਾਰ ਹੋਇਆ ਤਾਂ ਫਿਰ ਘਰਦਿਆਂ ਨੇ ਬੀਬੀ ਹਰਨਾਮ ਕੌਰ ਨੂੰ ਪੁੱਛਿਆ ਕਿ ਤੁਹਾਡੇ ਆਉਣ ਦੇ ਨਾਲ ਇਹ ਬੀਬੀ ਬਿਲਕੁਲ ਸਹੀ ਹੋ ਗਈ, ਇਹਦਾ ਕਾਰਨ ਕੀ ਆ? ਫਿਰ ਮਾਈ ਹਰਨਾਮ ਕੌਰ ਨੇ ਦੱਸਿਆ ਸੀਗਾ ਵੀ ਇਹਦੇ ਬਾਰੇ ਤਾਂ ਮੈਂ ਕੁਛ ਨਹੀਂ ਜਾਣਦੀ, ਮੈਂ ਤਾਂ ਇੰਨਾ ਜਾਣਦੀ ਹਾਂ ਕਿ ਤੁਸੀਂ ਭੁੱਚੋ ਕੋਲਾ ਚਲੇ ਜਾਓ, ਉੱਥੇ ਸੰਤ ਮਹਾਂਪੁਰਖ ਬਾਬਾ ਮਹਾਰਨਾਮ ਸਿੰਘ ਆ, ਉਹਨਾਂ ਦੇ ਤੋਂ ਤੁਸੀਂ ਦਰਸ਼ਨ ਕਰ ਲਓ ਅਤੇ ਤੁਹਾਡੀਆਂ ਜੋ ਮਨ ਦੀਆਂ ਸਾਰੀਆਂ ਚਿੰਤਾਵਾਂ ਫਿਕਰ ਵਾਹਨ ਦੂਰ ਹੋ ਜਾਣਗੇ। ਸੋ ਦੂਸਰੇ ਦਿਨ ਇਹ ਬੀਬੀ ਸਲਾਹ ਕਰਕੇ ਕੁਛ ਬੀਬੀਆਂ ਦੇ ਨਾਲ, ਅਤੇ ਇਹ ਜਿਹੜੀ ਕੰਨਿਆ ਸਾਹਿਬ ਕੌਰ ਸੀ ਇਹਨੂੰ ਨਾਲ ਲੈ ਕੇ ਤਾਂਗੇ ਦੇ ਵਿੱਚ ਇੱਥੇ ਟਿੱਲੇ ਸਾਹਿਬ ਭੁੱਚਣ ਨੂੰ ਰਵਾਨਾ ਹੋ ਗਈਆਂ। ਜਦ ਰਵਾਨਾ ਹੋਈਆਂ ਅਤੇ ਜਦ ਉੱਥੇ ਭੁੱਚੇ ਜਿਹੜਾ ਸੀ ਤਾਂਗਾ ਪਹੁੰਚਿਆ, ਅਤੇ ਇੱਥੇ ਹੈ ਨਾ ਕੁਛ ਸੰਗਤ ਦਿੱਲੀ ਦੀ ਸੀ ਜਿਹੜੀ ਬਾਬਾ ਮਹਾਰਨਾਮ ਸੁਣਾ ਦੇ ਦਰਸ਼ਨ ਕਰਨ ਵਾਸਤੇ ਆਈ ਸੀ। ਪਰ ਬਾਬਾ ਮਹਾਰਨਾਮ ਸੁਣਾ ਨੇ ਉਸ ਦਿੱਲੀ ਦੀ ਸੰਗਤ ਨੂੰ ਰੋਕ ਦਿੱਤਾ ਸੀਗਾ, ਅਤੇ ਫਿਰ ਉਹ ਸੰਗਤ ਨੂੰ ਇਹ ਆਦੇਸ਼ ਦਿੱਤਾ ਸੀਗਾ ਕਿ ਅਗਰ ਤੁਸੀਂ ਦਰਸ਼ਨ ਕਰਨੇ ਆ ਤਾਂ ਇੱਕ ਬੀਬੀਆਂ ਦਾ ਜਿਹੜਾ ਤਾਂਗਾ ਹੈਗਾ ਉਹ ਆ ਰਿਹਾ ਹੈਗਾ, ਉਹਦੇ ਵਿੱਚੋਂ ਇੱਕ ਸੰਤ ਕੰਨਿਆ ਹੈਗੀ ਆ, ਤੁਸੀਂ ਉਸ ਸੰਤ ਕੰਨਿਆ ਨੂੰ ਪਹਿਲਾਂ ਆਦਰ ਸਤਿਕਾਰ ਦੇ ਨਾਲ ਜਿਹੜਾ ਸਾਡੇ ਪਾਸ ਲੈ ਕੇ ਆਓ, ਪਹਿਲਾਂ ਉਹਦੇ ਦਰਸ਼ਨ ਕਰੋ, ਬਾਅਦ ਦੇ ਵਿੱਚ ਫਿਰ ਅਸੀਂ ਤੁਹਾਨੂੰ ਦਰਸ਼ਨ ਦੇਵਾਂਗੇ। ਫਿਰ ਉਹ ਜਿਹੜੀ ਦਿੱਲੀ ਦੀ ਸੰਗਤ ਸੀਗੀ ਉਹ ਹੁਰੀਆ ਵਗੈਰਾ ਸਾਰਾ ਪੁੱਛ ਕੇ ਜਦ ਉਸ ਤਾਂਗੇ ਵਾਲੀਆਂ ਬੀਬੀਆਂ ਕੋਲ ਪਹੁੰਚੀ ਤਾਂ ਉਹਨਾਂ ਨੇ ਇਹ ਜਿਹੜੀ ਕੰਨਿਆ ਸੀ ਜਿਹਦੀ ਉਮਰ ਤਕਰੀਬਨ 26 ਕੁ ਸਾਲ ਦੇ ਕਰੀਬ ਸੀਗੀ, ਜਦ ਉਹਨੂੰ ਪੈਰੀਂ ਹੱਥ ਲਾਉਣਾ ਚਾਹਿਆ ਅਤੇ ਬੀਬੀ ਪੈਰੀ ਹੱਥ ਤੋਂ ਵੱਜਦੀ ਹੋਈ ਜਿਹੜੀ ਸੀਗੀ ਇਹ ਹਰਨਾਮ ਸਿੰਘ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਟਿੱਲੇ 'ਤੇ ਪਹੁੰਚੀ ਹੈ। ਅਤੇ ਬਾਬਾ ਜੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਇਸ ਬੀਬੀ ਦੇ ਦਰਸ਼ਨ ਕਰਾਓ। ਜਦੋਂ ਕੰਨਿਆ ਬੀਬੀ ਸਾਹਿਬ ਕੌਰ ਜਿਹੜੀ ਸੀ ਬਾਬਾ ਜੀ ਦੇ ਪਾਸ ਪਹੁੰਚੀ, ਬਾਬਾ ਜੀ ਨੇ ਆਪਣੇ ਆਸਣ ਦੇ ਕੋਲ ਬਿਠਾਲ ਕੇ ਉਹਨੂੰ ਕਹਿਣ ਲੱਗੇ, ਕਹਿੰਦੇ ਕੰਨਿਆ ਤੂੰ ਕਈਆਂ ਜਨਮਾਂ ਦਾ ਤੂੰ ਸਾਡੇ ਨਾਲ ਵਿਛੜੀ ਹੋਈ ਸੀ, ਤੂੰ ਸਾਡੇ ਪਿਛਲੇ ਜਨਮ ਦੀ ਕੰਨਿਆ ਹੈਗੀ। ਜਦੋਂ ਇਹ ਜਿਹੜਾ ਭਵਿੱਖ ਵਚਨ ਸੀ ਬਾਬਾ ਜੀ ਨੇ ਉਸ ਕੰਨਿਆ ਨੂੰ ਸੁਣਾ ਦਿੱਤਾ ਸੀ ਸਾਰਾ ਜੋ ਬੀਤ ਚੁੱਕਿਆ ਉਹਨਾਂ ਦੇ ਜੀਵਨ ਦਾ ਸੀ। ਅਤੇ ਫਿਰ ਉਸ ਬੀਬੀ ਨੂੰ ਆਖਿਆ ਸੀ ਬਾਬਾ ਮਹਾਰਨਾਮ ਸੁਣਾ ਨੇ ਕਿ ਤੁਸੀਂ ਪਿਛਲੇ ਜਨਮਾਂ ਦੇ ਵਿੱਚ ਵੀ ਬੜਾ ਭਜਨ ਸਿਮਰਨ ਦੇ ਨਾਲ ਜੀਵਨ ਬਤੀਤ ਕੀਤਾ ਅਤੇ ਇਸ ਜਨਮ ਦੇ ਵਿੱਚ ਆਪਣੇ ਮਿਲਾਪ ਹੋਇਆ, ਹੁਣ ਇਹ ਵੀ ਜਨਮ ਤੁਸੀਂ ਭਜਨ ਸਿਮਰਨ ਦੇ ਵਿੱਚ ਬਤੀਤ ਕਰੋ। ਉਸ ਤੋਂ ਬਾਅਦ ਬਾਬਾ ਮਹਾਰਨਾਮ ਸੁਣਾ ਨੇ ਉਸ ਬੀਬੀ ਸਾਹਿਬ ਕੌਰ ਨੂੰ ਮੂਲ ਮੰਤਰ ਦੀ ਜਿਹੜੀ ਸੀ ਉਹ ਦੀਖਿਆ ਦਿੱਤੀ। ਜਦ ਦੀਖਿਆ ਦਿੱਤੀ ਆ ਅਤੇ ਇਹ ਸਾਰਾ ਕੁਛ ਕਰਕੇ ਅਤੇ ਫਿਰ ਉਹ ਜਿਹੜੀ ਬੀਬੀ ਸੀਗੀ ਬਾਬਾ ਜੀ ਤੋਂ ਆਗਿਆ ਲੈ ਕੇ ਫਿਰ ਆਪਣੇ ਜਿਹੜੇ ਸੀ ਨਗਰ ਉਹ ਪੋਹਲੇ ਚਲੇ ਗਏ। ਜਦ ਉੱਥੇ ਗਈ ਤਾਂ ਉਸ ਤੋਂ ਬਾਅਦ ਬਾਬਾ ਜੀ ਦੇ ਨਾਲ ਉਹ ਚਿੱਠੀ ਪੱਤਰ ਵੀ ਸਾਂਝਾ ਕਰਦੀ ਰਹੀ ਅਤੇ ਕੁਝ ਸੇਵਕਾਂ ਦੇ ਨਾਲ ਜਿਹੜੀ ਸੀਗੀ ਉਹ ਬਾਬਾ ਜੀ ਕਹਿ ਕੇ ਉਸ ਬੀਬੀ ਨੂੰ ਜਿਹੜਾ ਸੀ ਉਹ ਆਪਣੇ ਪਾਸ ਕਦੇ ਕਦੇ ਬੁਲਾ ਲਿਆ ਕਰਦੇ ਸੀ। ਇਸ ਤਰ੍ਹਾਂ ਕੁਝ ਸਮਾਂ ਜਦ ਬੀਤਦਾ ਗਿਆ, ਫਿਰ ਜਦੋਂ ਬੀਬੀ ਜਿਹੜੀ ਸੀ ਵਿਆਹੁਣ ਦੇ ਯੋਗ ਹੋਈ ਅਤੇ ਇਹਦੇ ਪਿਤਾ ਅਤੇ ਚਾਚਾ ਜੀ ਨੇ ਇਹਦੀ ਵਿਆਹ ਦੀ ਗੱਲਬਾਤ ਜਿਹੜੀ ਸੀ ਉਹ ਘਰ ਦੇ ਵਿੱਚ ਚਲਾਈ। ਜਦੋਂ ਇਸ ਬੀਬੀ ਨੂੰ ਆਪਣੀ ਵਿਆਹ ਦੀ ਗੱਲਬਾਤ ਦਾ ਪਤਾ ਲੱਗਾ, ਮਨ ਵਿੱਚ ਬੜੀ ਉਦਾਸ ਹੋਈ ਕਿ ਮੈਨੂੰ ਮਹਾਂਪੁਰਖਾਂ ਨੇ ਗੁਰਮੰਤਰ ਦਿੱਤਾ ਹੈਗਾ, ਮੈਂ ਉਹਨਾਂ ਦੇ ਬਚਨਾਂ ਦੀ ਪਾਲਣਾ ਕਰਨੀ ਆ, ਮੈਂ ਨਾ ਭਜਨ ਸਿਮਰਨ ਕਰਨਾ, ਮੈਂ ਸ਼ਾਦੀ ਨਹੀਂ ਕਰਨੀ। ਪਰ ਕਿਉਂਕਿ ਇਹਦੇ ਪਿਤਾ ਜੀ ਅਤੇ ਘਰਦਿਆਂ ਨੇ ਸਾਰਿਆਂ ਨੇ ਮਿਲਾ ਕੇ ਜਦ ਇਹਦੀ ਵਿਆਹ ਦੀ ਤਿਆਰੀ ਕਰ ਦਿੱਤੀ, ਫਿਰ ਇਸ ਬੀਬੀ ਦੇ ਮਨ ਦੇ ਵਿੱਚ ਫੁਰਨਾ ਆਇਆ ਕਿ ਕਿਉਂ ਨਾ ਅਗਰ ਮੈਂ ਅੰਨੀ ਹੋ ਜਾਵਾਂ, ਮੇਰੀਆਂ ਦੋਨੇ ਅੱਖਾਂ ਖਰਾਬ ਹੋ ਜਾਣ ਅਤੇ ਘਰ ਦੇ ਮੇਰਾ ਵਿਆਹ ਨਾ ਕਰਨਗੇ। ਇਹ ਸੋਚ ਕੇ ਇਸ ਬੀਬੀ ਨੇ ਬਾਬਾ ਮਹਾਰਨਾਮ ਸੁਣਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀਆਂ ਸ਼ੁਰੂ ਕਰ ਦਿੱਤੀਆਂ। ਜਦ ਅਰਦਾਸ ਬੇਨਤੀਆਂ ਸ਼ੁਰੂ ਕੀਤੀਆਂ, ਅਰਦਾਸ ਬੇਨਤੀਆਂ ਦਾ ਜਿਹੜਾ ਸੀਗਾ ਕਾਰਨ ਐਸਾ ਹੋਇਆ ਕਿ ਇਹਦੀਆਂ ਅੱਖਾਂ ਦੇ ਵਿੱਚ ਓਲੇ ਜਿਹੜੇ ਸੀਗੇ ਉਹ ਪੈਣ ਲੱਗ ਪਏ। ਜਦ ਪੈਣ ਲੱਗ ਪਏ ਤਾਂ ਇੱਕ ਅੱਖ ਜਿਹੜੀ ਸੀ ਇਹਦੀ ਥੋੜ੍ਹੀ ਖਰਾਬ ਹੋ ਗਈ। ਜਦ ਅੱਖ ਖਰਾਬ ਹੋਈ, ਘਰਦਿਆਂ ਨੂੰ ਫਿਕਰ ਪੈ ਗਿਆ। ਘਰ ਦੇ ਸਾਰੇ ਇਕੱਠੇ ਹੋ ਕੇ ਇਸ ਬੀਬੀ ਨੂੰ ਜਿਹੜੀ ਸੀ ਬਾਬਾ ਮਹਾਰਨਾਮ ਸੁਣਾ ਦੇ ਟਿੱਲੇ ਦੇ ਉੱਤੇ ਲਾਏ। ਜਦ ਬਾਬਾ ਜੀ ਦੇ ਟਿੱਲੇ 'ਤੇ ਲਾਏ, ਸਾਰੇ ਪਰਿਵਾਰ ਨੇ ਜਿਹੜੀ ਸੀ ਬੜੀ ਸ਼ਰਧਾ ਨਾਲ ਮੱਥਾ ਟੇਕ ਕੇ ਸਾਰੀ ਵਿਥਿਆ ਸੁਣਾਈ ਅਤੇ ਬਾਬਾ ਜੀ ਨੇ ਫਿਰ ਇਸ ਬੀਬੀ ਨੂੰ ਇਹਨਾਂ ਅੱਖਾਂ ਵਿੱਚ ਓਲੇ ਪੈਣ ਦਾ ਕਾਰਨ ਪੁੱਛਿਆ ਵੀ ਦੱਸੋ ਕੀ ਗੱਲ ਹੋਈ ਹੈ। ਫਿਰ ਬੀਬੀ ਨੇ ਜਿਹੜੀ ਸੀ ਸਾਰੀ ਗੱਲਬਾਤ ਬਾਬਾ ਮਹਾਰਨਾਮ ਸੁਣਾ ਸਾਂਝੀ ਕੀਤੀ ਕਿ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ, ਮੈਂ ਆਪ ਜੀ ਦੇ ਬਚਨ ਦੀ ਪਾਲਣਾ ਕਰਨਾ ਚਾਹੁੰਦੀ ਹਾਂ। ਸੋ ਘਰਦਿਆਂ ਨੇ ਜਦੋਂ ਵਿਆਹ 'ਤੇ ਜ਼ੋਰ ਦਿੱਤਾ ਤਾਂ ਮੈਂ ਇਹ ਬੇਨਤੀ ਕਰ ਦਿੱਤੀ ਕਿ ਮੇਰੀਆਂ ਖਾਨੀਆਂ ਹੋ ਜਾਣ ਤਾਂ ਜੋ ਘਰ ਦੇ ਮੇਰਾ ਵਿਆਹ ਨਾ ਕਰ ਸਕਣ। ਜਦ ਇਹ ਸਾਰੀ ਵਿਥਿਆ ਜਿਹੜੀ ਸੀ ਉਸ ਬੀਬੀ ਸਾਹਿਬ ਕੌਰ ਨੇ ਬਾਬਾ ਮਹਾਰਨਾਮ ਸੁਣਾ ਨਾਲ ਸਾਂਝੀ ਕੀਤੀ ਅਤੇ ਬਾਬਾ ਜੀ ਨੇ ਫਿਰ ਕਹਿ ਦਿੱਤਾ, ਕਹਿੰਦੇ ਇਸ ਤਰ੍ਹਾਂ ਜਿਹੜਾ ਸਰੀਰ ਨੂੰ ਕਸ਼ਟ ਦੇਣ ਦੀ ਕੋਈ ਵੀ ਅਰਦਾਸ ਜਿਹੜੀ ਕਰਨੀ ਉਹ ਵਾਜਬ ਨਹੀਂ ਆ, ਤੁਸੀਂ ਇਸ ਤਰ੍ਹਾਂ ਅਰਦਾਸ ਨਹੀਂ ਸੀ ਕਰਨੀ। ਸੋ ਉਸ ਤੋਂ ਬਾਅਦ ਫਿਰ ਬਾਬਾ ਜੀ ਨੂੰ ਪੁੱਛਿਆ ਸੀ, ਕਹਿੰਦੇ ਵੀ ਆ ਜਿਹੜੇ ਤੂੰ ਗਹਿਣੇ ਪਾਏ ਆ ਇਹ ਤੂੰ ਲਾਉਂਦੀ ਨਹੀਂ? ਤਾਂ ਫਿਰ ਉਸ ਬੀਬੀ ਨੇ ਦੱਸਿਆ ਸੀਗਾ ਕਿ ਮੇਰੀ ਦਾਦੀ ਜਿਹੜੀ ਆ ਇਹ ਗਹਿਣੇ ਲਾਉਣ ਤੋਂ ਮੈਨੂੰ ਵਰਜਦੀ ਰਹਿੰਦੀ ਹੈ, ਇਸ ਕਰਕੇ ਮੈਂ ਗਹਿਣੇ ਨਹੀਂ ਲਾਏ। ਤਾਂ ਫਿਰ ਬਾਬਾ ਜੀ ਨੇ ਆਖਿਆ ਸੀ, ਕਹਿੰਦੇ ਵੀ ਚੱਲ ਕੋਈ ਗੱਲ ਨਹੀਂ, ਸਮਾਂ ਆਊਗਾ ਜਦੋਂ ਘਰ ਦੇ ਤੇਰੇ ਗਹਿਣੇ ਜਿਹੜੇ ਆ ਉਹ ਲਾ ਦੇਣਗੇ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਜਿਹੜੀ ਸੀ ਇਸ ਬੀਬੀ ਨੂੰ ਇੱਕ ਚਾਦਰ ਦਿੱਤੀ
ਚਾਦਰ ਦੇ ਕੇ ਵਚਨ ਕੀਤਾ ਕਿ ਇਹ ਚਾਦਰ ਤੁਸੀਂ ਲੈ ਜਾਓ। ਜਦੋਂ ਵੀ ਤੁਹਾਨੂੰ ਕਿਸੇ ਵੀ ਗੱਲ ਦੀ ਕੋਈ ਫਿਕਰ ਚਿੰਤਾ ਹੋਊਗੀ ਤੇ ਇਹ ਚਾਦਰ ਤੁਸੀਂ ਲੈ ਕੇ ਨਾ ਆਪਣੇ ਉੱਤੇ ਲੰਮੇ ਪੈ ਜਾ ਕਰੋ। ਉਸ ਤੋਂ ਬਾਅਦ ਉਹ ਚਾਦਰ ਲੈਂਦਿਆਂ ਸਾਰੀ ਤੁਹਾਡੀਆਂ ਸਾਰੀਆਂ ਚਿੰਤਾਵਾਂ ਜੋ ਫਿਕਰ ਹੈ ਨਾ ਉਹ ਦੂਰ ਹੋ ਜਾਣਗੇ। ਜਦੋਂ ਇਹ ਜਿਹੜੀ ਸੀ ਬਹੁਤ ਵੱਡੀ ਚਾਦਰ ਦੀ ਜੋ ਦਾਤ ਸੀ ਬਾਬਾ ਜੀ ਨੇ ਇਸ ਬੀਬੀ ਦੇ ਕੋਲ ਦਿੱਤੀ, ਇਹ ਚਾਦਰ ਹਾਲੇ ਵੀ ਜਿਹੜੀ ਇਸ ਪਰਿਵਾਰ ਦੇ ਕੋਲ ਹੈਗੀ ਆ ਤੇ ਇਹ ਬਚਨ ਜਿਹੜਾ ਸੀ ਉਹ ਬਾਬਾ ਜੀ ਨੇ ਉਸ ਪਰਿਵਾਰ ਨੂੰ ਦਿੱਤਾ ਸੀਗਾ। ਸੋ ਇਹ ਜਿਹੜੀ ਸਾਰੀ ਵਿਥਿਆ ਸੀਗੀ ਇਹ ਬੀਬੀ ਗੁਰਦਿਆਲ ਕੌਰ ਜਿਹੜੇ ਆ ਉਹ ਪੰਨੇ ਵਾਲੇ ਉਹਨਾਂ ਨੇ ਮਹਾਂਪੁਰਖਾਂ ਦੇ ਨਾਲ ਜਿਹੜੀ ਸੀ ਇਹ ਸਾਂਝੀ ਕੀਤੀ ਸੀ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।